Good afternoon, students. Welcome to math class. So let us start the class. Subject is अपना math, class 10+2. And our today's topic is introduction to 3D. 3D ਦੀ ਆਪਾਂ ਇੰਟਰੋਡਕਸ਼ਨ ਕਰਾਂਗੇ ਜੀ। ਸਭ ਤੋਂ ਪਹਿਲਾਂ 3D ਕੀ 3 ਡਾਇਮੈਂਸ਼ਨਲ ਦੇ ਵਿੱਚ 3 ਡਾਇਮੈਂਸ਼ਨ ਜਿਹਨੇ ਆਪਣੇ ਕੋਲ 3 ਡਾਇਮੈਂਸ਼ਨ ਨੂੰ ਕਿਵੇਂ ਸੈੱਟ ਕਰਨਾ ਆਪਾਂ 3D ਦੇ ਵਿੱਚ ਕੀ ਹੈ ਜੇ ਆਪਣੇ ਕੋਲ ਕੋਈ ਵੀ ਹੈ ਆਪਾਂ ਨੂੰ ਗ੍ਰਾਫ ਦੇ ਵਿੱਚ ਸ਼ੋਅ ਕਰਨਾ 3 ਡਾਇਮੈਂਸ਼ਨ ਦੇ ਵਿੱਚ ਸ਼ੋਅ ਕਰਨਾ ਆਪਣੇ ਕੋਲ ਦੇਖੋ ਆਪਾਂ ਇਹ ਚੀਜ਼ ਐਕਸ ਲੈ ਲੈਂਦੇ ਜਿੱਥੇ ਇੱਕ ਐਕਸ ਇੱਧਰ ਨੂੰ ਚਲਾ ਜਾਂਦਾ 2D ਦੇ ਵਿੱਚ ਇੱਥੇ ਚਲਾ ਜਾਂਦਾ ਸੀ ਜੀ ਜਿਹੜਾ 3D ਹੈ ਉਹਦੇ ਵਿੱਚ ਇੱਕ ਐਕਸਿਸ ਹੋਰ ਆ ਜਾਂਦਾ ਜੀ ਉਹਦੇ ਵਿੱਚ ਕੀ ਹੈ ਇੱਕ ਐਕਸਿਸ ਆਪਾਂ ਇੱਧਰ ਨੂੰ ਲਾਉਂਦੇ ਜੀ ਇਹ ਆਪਣੇ ਕੋਲ 3 ਐਕਸਿਸ ਹੋ ਗਏ ਠੀਕ ਹੈ ਜੀ ਆਪਾਂ 3 ਐਕਸਿਸ ਹੋ ਗਏ ਤਾਂ 3 ਐਕਸਿਸ ਕਿਸ ਤਰ੍ਹਾਂ ਲਾਉਣੇ ਆਪਾਂ ਜਦੋਂ ਡਰਾ ਕਰਦੇ ਹਾਂ ਇਹ ਆਪਣੇ ਕੋਲ ਕੀ ਹੋ ਗਿਆ ਜੀ ਐਕਸ ਐਕਸ ਇਹ ਹੋ ਗਿਆ ਵਾਈ ਐਕਸਿਸ ਅਤੇ ਇਹ ਵਾਲਾ ਹੋ ਗਿਆ ਜ਼ੈਡ ਐਕਸਿਸ ਕਿਉਂਕਿ ਆਪਾਂ ਇਹਨੂੰ ਨਾਮ ਦੇ ਨੇ ਐਕਸ ਵਾਈ ਜ਼ੈਡ ਕੀ ਦਿੱਤੇ ਜੀ ਆਪਾਂ ਨੂੰ ਨਾਮ ਦਿੱਤੇ ਤਾਂ ਇਹ ਕੀ ਹੈ ਤਿੰਨੋਂ ਆਪਸ ਵਿੱਚ ਕੀ ਨੇ ਜੀ ਪਰਪੈਂਡੀਕੂਲਰ ਹੁੰਦੇ ਨੇ ਸੋ ਇਹ ਆਪਣੇ ਕੋਲ 3D ਹੈ ਜੇ 3 ਦੇ ਵਿੱਚ ਆਪਾਂ ਕਿਸੇ ਪੁਆਇੰਟ ਦੇ ਆਪਾਂ ਨੂੰ 3 ਦਿੱਤੇ ਹੋਏ ਨੇ ਆਪਾਂ ਨੂੰ ਉਹਨਾਂ ਦੇ ਕੋਆਰਡੀਨੇਟ ਗਿਵਨ ਹੋਣਗੇ ਮੰਨ ਲਓ ਆਪਣੇ ਕੋਲ ਕੀ ਹੈ ਜੀ ਪੁਆਇੰਟ ਏ ਹੈ ਜਿਹਦੀ x1 y1 ਅਤੇ z1 ਕਿਉਂਕਿ ਐਕਸ ਦੇ ਅਕੋਰਡਿੰਗ ਉਹਦੀ ਪੋਜੀਸ਼ਨ ਕੀ ਹੈ ਵਾਈ ਦੇ ਅਕੋਰਡਿੰਗ ਕੀ ਹੈ ਜ਼ੈਡ ਦੇ ਅਕੋਰਡਿੰਗ ਕੀ ਹੈ ਸਿਮਿਲਰਲੀ ਬੀ ਪੁਆਇੰਟ ਹੈ ਜੀ ਆਪਾਂ ਉਹਨੂੰ x2 ਮੰਨ ਲਈਏ y2 ਐਂਡ z2 ਇਹਨਾਂ ਦੋਵਾਂ ਪੁਆਇੰਟਾਂ ਦੇ ਵਿੱਚ ਆਪਾਂ ਜੇ ਡਿਸਟੈਂਸ ਕੱਢਣੀ ਹੋਵੇ ਤਾਂ ਆਪਾਂ ਕੀ ਲਾਵਾਂਗੇ ਇਹਨਾਂ ਵਿਚਕਾਰ ਡਿਸਟੈਂਸ ਫਾਰਮੂਲਾ ਜੀ ਹੁਣ ਡਿਸਟੈਂਸ ਫਾਰਮੂਲਾ ਕੀ ਹੁੰਦਾ ਜੀ ਇਹਦੇ ਵਿਚਕਾਰ ਜੇ ਆਪਾਂ ਏ ਅਤੇ ਬੀ ਦੇ ਵਿਚਕਾਰ ਡਿਸਟੈਂਸ ਕੱਢਦੇ ਹਾਂ ਮੋਡ ਤਾਂ ਲੈਣੇ ਕਿਉਂਕਿ ਡਿਸਟੈਂਸ ਇਜ਼ ਆਲਵੇਜ਼ ਪੋਜ਼ੀਟਿਵ ਉਹ ਕੀ ਹੁੰਦਾ ਜੀ ਆਪਣੇ ਕੋਲ ਦੇਖੋ x2 ਮਾਈਨਸ x1 ਦਾ ਸਕੁਆਇਰ ਪਲੱਸ y2 ਮਾਈਨਸ y1 ਦਾ ਸਕੁਆਇਰ ਪਲੱਸ z2 ਮਾਈਨਸ z1 ਦਾ ਸਕੁਆਇਰ ਕਿਉਂਕਿ ਪ੍ਰੀਵੀਅਸ ਕਲਾਸ ਦੇ ਵਿੱਚ ਆਪਾਂ ਆਲਰੇਡੀ ਕਰ ਚੁੱਕੇ ਹਾਂ ਜੀ ਇਹ ਤਾਂ ਇਹ ਫੰਕਸ਼ਨ ਆਪਣੇ ਕੋਲ ਕੀ ਹੋ ਗਿਆ ਦੈਟ ਇਜ਼ ਦਾ ਡਿਸਟੈਂਸ ਫਾਰਮੂਲਾ ਇਹ ਕਾਰਟੀਨ ਕੋਆਰਡੀਨੇਟਸ ਨੇ ਆਪਣੇ ਕੋਲ ਕਾਰਟੀਨ ਕੋਆਰਡੀਨੇਟਸ ਦੇ ਵਿੱਚ ਆਪਾਂ ਲਾ ਸਕਦੇ ਹਾਂ ਇਹਨੂੰ ਜੇ ਆਪਣੇ ਕੋਲ ਰੇਸ਼ੋ 'ਚ ਡਿਵਾਈਡ ਕਰਤਾ ਹੋਏ ਮੰਨ ਲਓ ਆਪਣੇ ਕੋਲ 2 ਪੁਆਇੰਟ ਸੀ ਈ 'ਤੇ ਵੀ 2 ਪੁਆਇੰਟ ਲਾ ਲਿਆ ਆਪਾਂ ਇੱਕ ਠੀਕ ਹੈ ਜੀ ਉਹਦੇ ਵਿੱਚ ਆਪਾਂ ਪੁਆਇੰਟ ਫਾਰਮੂਲਾ ਕੱਢਣਾ ਹੋਵੇ ਡਿਸਟੈਂਸ ਫਾਰਮੂਲਾ ਲਾਉਣਾ ਜੀ ਆਪਾਂ ਉਹਦੇ ਵਿੱਚ ਵੀ ਜੇ ਏ ਪੁਆਇੰਟ ਇੱਥੇ ਜੀ ਠੀਕ ਹੈ ਇਹ ਪੁਆਇੰਟ ਹੈ ਆਹ ਪੁਆਇੰਟ ਹੈ ਬੀ ਇੱਕ ਪੁਆਇੰਟ ਪੀ ਕਹਤਾ ਇੱਥੇ ਠੀਕ ਹੈ ਇਹਦੇ ਕੋਆਰਡੀਨੇਟ ਆਪਾਂ ਨੂੰ ਗਿਵਨ ਨੇ x1 y1 ਅਤੇ z1 ਬੀ ਦੇ ਪੁਆਇੰਟ ਹੈਗੇ ਨੇ x2 y2 ਅਤੇ z2 ਪੀ ਦੇ ਪੁਆਇੰਟ ਆਪਾਂ ਫਾਈਂਡ ਕਰਨੇ ਨੇ ਠੀਕ ਹੈ ਜੀ ਪੀ ਦੇ ਪੁਆਇੰਟ ਫਾਈਂਡ ਕਰਨੇ ਨੇ ਆਪਾਂ ਪੀ ਦੇ ਪੁਆਇੰਟ ਕੀ ਮੰਨ ਲਈਏ ਆਪਾਂ ਐਕਸ ਵਾਈ ਅਤੇ ਜ਼ੈਡ ਲੈਟ ਕਰ ਲਈ ਆਪਾਂ ਐਕਸ ਵਾਈ ਜ਼ੈਡ ਦੇ ਕੋਆਰਡੀਨੇਟ ਫਾਈਂਡ ਕਰਨੇ ਨੇ ਪੀ ਦੇਣਗੇ ਜੋ ਪੁਆਇੰਟ ਹੈ ਇਹ ਆਪਾਂ ਨੂੰ ਕੀ ਹੈ ਰੇਸ਼ੋ 'ਚ ਡਿਵਾਈਡ ਕਰਦਾ ਜੀ ਐਮ ਰੇਸ਼ੋ 2 ਦੇ ਵਿੱਚ M1 ਰੇਸ਼ੋ M2 ਦੇ ਵਿੱਚ ਡਿਵਾਈਡ ਕਰਦਾ ਠੀਕ ਹੈ ਜਦੋਂ ਇਹ ਪੁਆਇੰਟ ਡਿਵਾਈਡ ਕਰਦਾ ਜੀ ਡਿਵਾਈਡ ਕਰਦਾ ਕੀ ਕਰਦਾ ਆਪਣੇ ਕੋਲ ਇੱਥੇ ਇੰਟਰਨਲੀ ਅਤੇ ਐਕਸਟਰਨਲੀ ਦਾ ਬਿਲਕੁਲ ਧਿਆਨ ਰੱਖਣਾ ਜੀ ਆਪਣੇ ਕੋਲ ਠੀਕ ਹੈ ਜੀ ਜਦੋਂ ਇੰਟਰਨਲੀ ਕਰਦਾ ਤਾਂ ਪਲੱਸ ਤਾਂ ਐਕਸ ਦਾ ਕੋਆਰਡੀਨੇਟ ਇਹਦਾ ਕੀ ਆਊ ਦੇਖੋ ਪੀ ਦਾ ਜੇ ਪੀ ਦਾ ਆਪਾਂ ਐਕਸ ਵਾਲਾ ਕੋਆਰਡੀਨੇਟ ਦੇਖੀਏ ਉਹ ਕੀ ਹੋਊ ਆਪਣੇ ਕੋਲ ਦੇਖੋ M1 x2 ਪਲੱਸ M2 x1 ਅਪੋਨ M1 ਪਲੱਸ M2 ਜਦੋਂ y ਦਾ ਕੋਆਰਡੀਨੇਟ ਕਰਨਾ ਜੀ M1 y2 ਪਲੱਸ M2 y1 ਅਪੋਨ M1 ਪਲੱਸ M2 ਆ ਗਿਆ ਜੀ ਸਿਮਿਲਰਲੀ z ਦਾ ਕੋਆਰਡੀਨੇਟ ਕੀ ਆ ਜੂਗੀ M1 z2 ਪਲੱਸ M2 z1 ਅਪੋਨ M1 ਪਲੱਸ M2 ਠੀਕ ਹੈ ਜੀ ਇਹ ਆਪਣੇ ਕੋਲ ਇਹਦਾ ਹੀ ਕੋਆਰਡੀਨੇਟ ਆ ਗਿਆ ਜੀ ਅਤੇ ਇਹਦੇ ਕੋਆਰਡੀਨੇਟ ਆਪਾਂ ਫਾਈਂਡ ਕਰ ਦਿੰਦੇ ਨੇ ਜੀ ਇਹ ਆਪਣੇ ਕੋਲ ਤਿੰਨਾਂ ਦੇ ਕੋਆਰਡੀਨੇਟ ਆ ਗਏ ਆਪਾਂ ਇੱਕ ਪੁਆਇੰਟ ਪੀ ਦੀ ਸੈਕਸ਼ਨ ਇਹ ਡਿਵਾਈਡ ਆਪਾਂ ਨੂੰ ਕਾਹਦੇ ਕਰਦੇ ਸੀ ਇਹ ਇੰਟਰਨਲੀ ਸੀ ਜੀ ਇੰਟਰਨਲੀ ਡਿਵਾਈਡ ਕਰਦੇ ਐਕਸਟਰਨਲੀ ਦੇ ਵਿੱਚ ਇੱਥੇ ਮਾਈਨਸ ਆ ਜੂ ਦੋਵੇਂ ਜਗ੍ਹਾ 'ਤੇ ਕੀ ਆ ਜੂਗੀ ਮਾਈਨਸ ਬਾਕੀ ਫਾਰਮੂਲਾ ਬਿਲਕੁਲ ਸੇਮ ਹੈ ਜੀ ਇਹਦੇ ਵਿੱਚ ਜੇ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਬਾਕੀ ਫਾਰਮੂਲਾ ਕੀ ਹੈ ਬਿਲਕੁਲ ਐਜ ਇਟ ਸੇਮ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਜੀ ਅੱਜ ਦੇ ਟੌਪਿਕ ਦੀ
जो कि अपने कोल की है डायरैक्शन कोसाइनज। डायरैक्शन कोसाइनज है। डायरैक्शन कोसाइन ਨੂੰ किस तरह करना ਆਪਾਂ देखो, जे एक्स वाई जेड ਦੇ ਵਿੱਚ ਆਪਣੇ ਕੋਲ देखो जी, अगर अपने को एक्स वाई जेड की है जी प्लेन सी अपने को, ठीक है। ये की आप ए बी लाइन है, ए बी अपने को लाइन है, ठीक है जी। पॉइंट ए है इतने, इतने पॉइंट बी है। सो आप ए बी की लाइन आप एक ले ली जी, बिल्कुल सिमिलर क्यू पी लाइन खिंच ली जी, यानी कि पी क्यू। ये बिल्कुल आप कर लिए पैरेलल लाइन कर ला थी इतने, दैट इज इक्वल टू पी क्यू। हुण पी क्यू है, सो ये एंगल बना रही है जी, जी अपने को ये इतने सेम पॉइंट की है, ओरिजिन है ओ पी और ओ क्यू। हुण देखो ओ क्यू की है, एंगल बना ली है किहदे नाल जी, अल्फा बीटा गामा। देखो लैट कर लिए आप, लैट ओ क्यू मेक्स एंगल अल्फा बीटा, तो तीजी लाइन की ला दी अपन जी गामा विद कि बना दी, देखो जी ओ एक्स नाल ओ वाई एंड ओ जेड। हुण इन्हें एक्स बना लिए, सो कोसाइन ऑफ दीज एंगल्स, इट मीनस कोसाइन ऑफ दीज एंगल्स, कोसाइन ऑफ दीज एंगल्स आर कॉल्ड, की कहते जी, आर कॉल्ड डायरैक्शन कोसाइन। तो उन्होंने की कह सकते हैं आप, ये किवें पावर लो क्यों कहना, सो दीज आर कॉल्ड डायरैक्शन कोसाइन। इन्हों की कहने आप, दीज आर कॉल्ड डायरैक्शन कोसाइन। सो ये अपने को डायरैक्शन कोसाइन, इन्हों की कई डिनोट किया जाता है जनरली लैस और इक्वल टू, देखो एल एम ते एन, एल एम एन ना डिनोट किया जाता है। जिन्हें आप हम एल कि इक्वल होंगी है, देखो एल इज इक्वल टू कॉस अल्फा, एम इज इक्वल टू कॉस बीटा एंड एन इज इक्वल टू कॉस गामा। तो ये तीन एंगलों डिनोट किए जाते हैं जी अपने को, जो डिनोट करने पे अपने को, ठीक है जी। अगे इन्होंने विचकार रिलेशन की होंगे जी, रिलेशन की है इन्होंने विचकार, रिलेशन बिटवीन डायरैक्शन कोसाइनस, रिलेशन बिटवीन डायरैक्शन कोसाइनस। इन्होंने रिलेशन की होंगे जी, रिजल्ट यूज करना जी आप सीधे एल का स्क्वायर प्लस एम का स्क्वायर प्लस एन का स्क्वायर इज इक्वल टू 1 होंगे। यानी वी कैन सी दैट डायरैक्शन जो कोसाइन ने, डायरैक्शन कोसाइन के जिन्ने भी बंदे ने उन्होंने स्केयर कर दी, स्केयर का सम कर लिए आप स्केयर का सम कर लिए, दैट इज इक्वल टू 1 के इक्वल होंगे जी अपने को। ये अपने को कि इक्वल होंगे जी 1 के इक्वल होंगे जी। आप रिजल्ट बहुत बार यूज करा जी अगे चल के। अगे है जी अपने को डायरैक्शन रेशो में, तो आप डायरैक्शन कोसाइन च आप किस तरह कन्वर्ट करना जी, जे अपने को डायरैक्शन रेशो ने उन्होंने डायरैक्शन कोसाइन के किस तरह कन्वर्ट करना जी। आप की कर लीए डायरैक्शन रेशोज टू डायरैक्शन कोसाइन, डायरैक्शन कोसाइन के किस तरह कन्वर्ट करते हैं आप। जे अपने को लैट कर लिए आप, ठीक है जी, एल एम एन की लैट कर लो जी, लैट डायरैक्शन रेशो की ने ए बी सी आर डायरैक्शन रेशो ने अपने को, जे डायरैक्शन रेशो ने अपने को गिवन ने, देखो दीज आर डायरैक्शन रेशो जो कि अपने को, जे डायरैक्शन रेशो ने अपने को गिवन तो अगे देखो अपने तो डायरैक्शन कोसाइन करने ने, तो डायरैक्शन कोसाइन करने का डायरैक्टली फार्मूला है जी फस्ट एल की इक्वल हो जी फस्ट रेशो अपॉन 3 रेशो का स्केयर कर देना जी, ए का स्केयर प्लस बी का स्केयर प्लस सी का स्केयर, यानी कि मैगनीट्यूड आ जाए। एक की वैल्यू आ जाएगी अपने को
L ਦੀ, ਠੀਕ ਹੈ ਜੀ। ਇਹ ਵੈਲਿਊ L ਦੀ ਹੈਗੀ, ਇਹ ਮੂਰੇ ਪਲੱਸ ਮਾਈਨਸ ਰੱਖ ਸਕਦੇ ਹਾਂ, ਕੋਈ ਦੋਵੇਂ ਪਲੱਸ ਵੀ ਹੋ ਸਕਦੀ ਹੈ ਮਾਈਨਸ ਵੀ ਹੋ ਸਕਦੀ ਹੈ। M ਦੀ ਵੈਲਿਊ ਕੀ ਹੋ ਜੂਗੀ B ਅਪੋਨ ਸੇਮ A ਸਕੁਅਰ ਪਲੱਸ B ਸਕੁਅਰ ਪਲੱਸ C ਸਕੁਅਰ। ਇਸ ਤਰ੍ਹਾਂ ਹੀ N ਦੀ ਵੈਲਿਊ ਕੀ ਆ ਜੂਗੀ C ਓਵਰ, ਯਾਨੀ ਕਿ ਇਕੱਲੀ ਡਾਇਰੈਕਸ਼ਨ ਰੇਸ਼ੋ ਨੂੰ ਉੱਪਰ ਰੱਖ ਦੇਣਾ ਜੀ। ਡਿਨੋਮੀਨੇਟਰ ਕੀ ਆ ਜੂਗਾ ਉਹਨਾਂ ਦਾ, ਤਿੰਨਾਂ ਦਾ ਸਕੁਅਰ ਕਰ ਦੇਣਾ ਜੀ ਅਤੇ ਸਮ ਕਰ ਦੇਣਾ C ਦਾ ਸਕੁਅਰ। ਜੇ ਆਪਾਂ ਕਿ ਡਾਇਰੈਕਸ਼ਨ ਰੇਸ਼ੋ ਦਿੱਤੇ ਹੋਣੇ, ਆਪਾਂ ਉਹਨਾਂ ਤੋਂ ਕੀ ਕਰਨੀ ਜੀ ਡਾਇਰੈਕਸ਼ਨ ਕੋਸਾਈਨ ਫਾਈਂਡ ਕਰਨੇ ਨੇ। ਡਾਇਰੈਕਸ਼ਨ ਕੋਸਾਈਨ ਫਾਈਂਡ ਕਰਨੇ ਨੇ ਤਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਜੀ। ਪਰ ਇੱਕ ਗੱਲ ਯਾਰ ਕਿ ਨਹੀਂ, ਇਹਦੇ ਵਿੱਚ A ਦਾ ਸਕੁਅਰ ਪਲੱਸ B ਦਾ ਸਕੁਅਰ ਪਲੱਸ C ਸਕੁਅਰ ਨੋਟ ਇਕੁਅਲ ਟੂ ਕੀ ਚਾਹੀਦਾ ਜੀ 1 ਦੇ ਇਕੁਅਲ ਨਹੀਂ ਚਾਹੀਦਾ। ਦੇਖੋ L ਦਾ ਸਕੁਅਰ ਪਲੱਸ M ਦਾ ਸਕੁਅਰ ਪਲੱਸ N ਦਾ ਸਕੁਅਰ ਇਕੁਅਲ ਟੂ 1 ਹੋ ਸਕਦਾ, ਬਟ ਇਹ ਕਦੇ ਵੀ A ਸਕੁਅਰ ਪਲੱਸ B ਸਕੁਅਰ ਪਲੱਸ C ਸਕੁਅਰ ਨੋਟ ਇਕੁਅਲ ਟੂ 1, ਇਹ 1 ਦੇ ਇਕੁਅਲ ਨਹੀਂ ਹੋਊਗਾ ਜੀ। 1 ਤੋਂ ਵੱਡਾ ਹੋ ਸਕਦਾ, 1 ਤੋਂ ਛੋਟਾ ਹੋ ਸਕਦਾ। ਸੋ ਇਸ ਤਰ੍ਹਾਂ ਆਪਾਂ ਇਹ ਕੀ ਸੀ ਆਪਣੇ ਕੋਲ ਡਾਇਰੈਕਸ਼ਨ ਰੇਸ਼ੋ ਤੋਂ ਆਪਾਂ ਡਾਇਰੈਕਸ਼ਨ ਕੋਸਾਈਨ ਕਰ ਸਕਦੇ ਸੀ। ਜੇ ਆਪਣੇ ਕੋਲ ਦੋ ਲਾਈਨਸ ਦਿੱਤੇ ਹੋਏ ਨੇ, ਉਹਨਾਂ ਤੋਂ ਡਾਇਰੈਕਸ਼ਨ ਰੇਸ਼ੋ ਕਿਵੇਂ ਕਰਨੇ ਨੇ ਆਪਾਂ, ਜੇ ਆਪਣੇ ਕੋਲ 2 ਪੁਆਇੰਟ ਫਾਈਂਡ ਕਰਨੇ ਆਪਾਂ ਡਾਇਰੈਕਸ਼ਨ ਰੇਸ਼ੋ ਫਾਈਂਡ ਕਰਨੇ ਨੇ। ਜੇ ਡਾਇਰੈਕਸ਼ਨ ਰੇਸ਼ੋ ਇਕੱਲੇ ਕਰਨੇ ਨੇ, DRM ਡਾਇਰੈਕਸ਼ਨ DRs ਵੀ ਬੋਲਦੇ ਨੇ, ਡਾਇਰੈਕਸ਼ਨ ਰੇਸ਼ੋਜ਼ DRs ਡਾਇਰੈਕਸ਼ਨ ਰੇਸ਼ੋਜ਼। ਜਦੋਂ ਪੁਆਇੰਟ 2 ਗਿਵਨ ਨੇ ਆਪਣੇ ਕੋਲ, 2 ਪੁਆਇੰਟਸ ਆਰ ਗਿਵਨ, ਲੈਟ ਕਰ ਲੈਂਦੇ ਹਾਂ ਪੁਆਇੰਟ P ਗਿਵਨ ਆਪਣੇ ਕੋਲ, ਦੇਖੋ ਜੀ ਠੀਕ ਹੈ। ਪੁਆਇੰਟ P1 ਨਿਕਲ ਗਿਆ ਆਪਾਂ X1 Y1 ਐਂਡ Z1 ਐਂਡ ਪੁਆਇੰਟ Q ਕੀ ਹੈ ਜੀ X2 Y2 ਐਂਡ Z2। 2 ਪੁਆਇੰਟ ਹੋ ਗਏ ਜੀ ਆਪਣੇ ਕੋਲ। ਇਹਨਾਂ ਦੇ ਵਿਚਕਾਰ ਆਪਾਂ ਡਾਇਰੈਕਸ਼ਨ ਕੋਸਾਈਨ ਕਰਨੇ ਹੈ। ਦੇਖੋ ਡਾਇਰੈਕਸ਼ਨ ਰੇਸ਼ੋ, ਸੌਰੀ ਜਦੋਂ ਡਾਇਰੈਕਸ਼ਨ ਰੇਸ਼ੋ ਕਰਨੇ ਇਹਨਾਂ ਦੇ ਵਿਚਕਾਰ ਤਾਂ ਉਹਦਾ ਡਾਇਰੈਕਟਲੀ ਰਿਜ਼ਲਟ ਹੈ ਜੀ ਆਪਣੇ ਕੋਲ। ਜੇ ਡਾਇਰੈਕਸ਼ਨ ਰੇਸ਼ੋ ਕੱਢਣੇ ਤਾਂ ਡਾਇਰੈਕਸ਼ਨ ਰੇਸ਼ੋ ਕੀ ਆਉਣਗੇ DRs, ਠੀਕ ਹੈ। ਡਾਇਰੈਕਸ਼ਨ ਰੇਸ਼ੋਜ਼ ਆਫ ਲਾਈਨ PQ ਦੇ ਡਾਇਰੈਕਸ਼ਨ ਰੇਸ਼ੋ ਕੀ ਹੋ ਗਈ ਜੀ R। ਦੇਖੋ X2 ਮਾਈਨਸ X1, ਸੈਕਿੰਡ ਪੁਆਇੰਟ X ਕੋਆਰਡੀਨੇਟ ਮਾਈਨਸ ਕਰ ਦੇਣਾ ਜੀ, ਕੋਮਾ Y2 ਮਾਈਨਸ Y1, ਅੱਗੇ Z2 ਮਾਈਨਸ Z1 ਕਰਨਾ। ਸੋ ਇਸ ਤਰ੍ਹਾਂ ਵੀ ਹੈਵ ਟੂ ਫਾਈਂਡ ਦਾ ਡਾਇਰੈਕਸ਼ਨ ਰੇਸ਼ੋਜ਼ ਆਫ ਅ ਲਾਈਨ, DRs ਡਾਇਰੈਕਸ਼ਨ ਰੇਸ਼ੋਜ਼ ਆਫ ਦਾ ਲਾਈਨ। ਜੇ ਡਾਇਰੈਕਸ਼ਨ ਰੇਸ਼ੋ ਆ ਗਈ, ਡਾਇਰੈਕਸ਼ਨ ਰੇਸ਼ੋ ਤੋਂ ਡਾਇਰੈਕਸ਼ਨ ਕੋਸਾਈਨ ਤਾਂ ਆਪਾਂ ਇਸ ਤਰ੍ਹਾਂ ਕਰ ਹੀ ਸਕਦੇ ਹਾਂ ਜੀ। ਉਹ ਤਾਂ ਸਿੰਪਲ ਹੀ ਆਪਣੇ ਕੋਲ ਸੇਮ ਹੈ। ਡਾਇਰੈਕਸ਼ਨ ਰੇਸ਼ੋ ਤੋਂ ਜੇ ਆਪਾਂ ਫਾਈਂਡ ਕਰ ਲਿਆ ਤਾਂ ਡਾਇਰੈਕਸ਼ਨ ਕੋਸਾਈਨ ਤਾਂ ਕੱਢ ਹੀ ਸਕਦੇ ਹਾਂ ਜੀ। ਅੱਗੇ ਆਪਣੇ ਕੋਲ ਐਂਗਲ ਵੀ ਆਉਂਦੇ ਨੇ ਇਹਦੇ ਵਿੱਚ, ਉਹ ਵੀ ਆਪਾਂ ਕਾਫੀ ਰਿਜ਼ਲਟ ਨੇ ਯੂਜ ਕਰਨੇ ਨੇ। ਸੋ ਇਹ ਜਸਟ ਇੰਟਰੋਡਕਸ਼ਨ ਹੈ ਜੀ ਆਪਣੇ ਕੋਲ। ਸੋ ਬੇਸਿਕ ਇਹਦਾ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਫਾਈਂਡ ਕਰਨਾ। ਸੋ ਇਹਦੇ ਵਿੱਚ ਆਪਾਂ ਇਹਦੇ ਨਾਲ ਅੱਗੇ ਕੀ ਸਮ ਵੀ ਕਰਦੇ ਹਾਂ ਜੀ। ਇੱਕ ਸਮ ਕਰ ਲੈਂਦੇ ਆਪਾਂ ਅੱਜ। ਦੇਖੋ ਇਹਦੇ ਵਿੱਚ ਆਪਾਂ ਫਸਟ ਸਮ ਕਰਦੇ ਹਾਂ। ਆਪਾਂ ਨੂੰ ਕੀ ਕਿਹਾ ਹੋਇਆ ਆਪਣੇ ਕੋਲ, ਇਫ ਅ ਲਾਈਨ ਮੇਕਸ ਐਨ ਐਂਗਲ, ਇਫ ਲਾਈਨ ਮੇਕਸ ਐਨ angle of 90 degree, 60 degree and 30 degree with positive, ਕਿਹਦੇ ਨਾਲ ਬਣਾਉਂਦੇ ਜੀ X Y and Z X ਦੇ ਨਾਲ ਕੀ ਹੈ ਜੀ ਇਹ ਐਂਗਲ ਬਣਾ ਰਹੇ ਨੇ। ਕਹਿੰਦੇ ਫਾਈਂਡ ਡਾਇਰੈਕਸ਼ਨ ਕੋਸਾਈਨ, ਫਾਈਂਡ। ਸੋ ਆਪਣੇ ਕੋਲ ਦੇਖੋ ਜੀ ਡਾਇਰੈਕਸ਼ਨ ਕੋਸਾਈਨ ਦੇ ਆਪਣੇ ਕੋਲ ਐਂਗਲ ਦਿੱਤੇ ਹੋਏ ਨੇ, ਤਾਂ ਇਹਦੇ ਵਿੱਚ ਕੀ ਦੇਖੋ ਜੀ ਆਪਣੇ ਕੋਲ ਅਲਫਾ ਦੀ ਵੈਲਿਊ ਕਿੰਨੀ ਹੈ, ਪਹਿਲਾਂ ਦੇਖੋ ਅਲਫਾ ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 90, ਠੀਕ ਹੈ। ਅਲਫਾ ਬੀਟਾ ਦੀ ਵੈਲਿਊ ਕਿੰਨੀ ਹੈ ਜੀ ਆਪਣੇ ਕੋਲ 60 ਐਂਡ ਗਾਮਾ ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 30। ਤਿੰਨ ਐਂਗਲ ਹੋ ਗਏ ਆਪਣੇ ਕੋਲ, ਤਿੰਨ ਐਂਗਲ ਸੀ ਆਪਾਂ ਸ਼ੋਅ ਕਰਤੇ ਜੀ ਇਹਦੇ ਵਿੱਚ। ਸੋ ਆਪਣੇ ਕੋਲ ਪਹਿਲੀ ਹੁੰਦੀ ਹੈ ਕੀ ਹੁੰਦੀ ਹੈ ਜੀ ਕੋਸ ਅਲਫਾ, ਕੋਸ 90 ਹੋ ਜੂਗਾ ਜੀ ਫਸਟ ਡਾਇਰੈਕਸ਼ਨ ਕੋਸਾਈਨ। ਦੂਜਾ ਜੀ ਕੋਸ ਬੀਟਾ ਹੁੰਦਾ ਕੋਸ 60, ਤੀਜਾ ਹੋ ਜੀ ਕੋਸ 30। ਸੋ ਇਹਨਾਂ ਦੀ ਵੈਲਿਊ ਪੁੱਟ ਕਰ ਦਿੰਦੇ ਜੀ ਆਪਾਂ। ਸੋ ਇਹਨਾਂ ਦੀ ਵੈਲਿਊ ਪੁੱਟ ਕੀਤੀ, ਫਸਟ ਦੀ ਵੈਲਿਊ ਕਿੰਨੀ ਹੈ ਜੀ ਕੋਸ 0 ਕਿੰਨਾ ਹੁੰਦਾ ਜੀ ਕੋਸ 0, ਕੋਸ 90 ਸੌਰੀ ਕੋਸ 90 0 ਹੁੰਦਾ, ਅਤੇ ਕੋਸ 60 1/2 ਐਂਡ ਕੋਸ 30 ਕਿੰਨਾ ਹੁੰਦਾ ਜੀ ਆਪਣੇ ਕੋਲ √3/2। ਤਾਂ ਇਹ ਆਪਣੇ ਕੋਲ ਡਾਇਰੈਕਸ਼ਨ ਕੋਸਾਈਨ ਆ ਗਈ ਇਸ ਤਰ੍ਹਾਂ। ਸੋ ਆਈ ਹੋਪ ਸਟੂਡੈਂਟ ਤੁਹਾਨੂੰ ਸਭ ਨੂੰ ਸਮਝ ਆਇਆ ਹੋਵੇਗਾ।
ਪਰ ਫਿਰ ਵੀ ਜੇ ਕਿਸੇ ਸਟੂਡੈਂਟ ਕੋਈ ਡਾਊਟ ਹੈ ਤਾਂ ਮੈਨੂੰ ਕਾਲ ਜਾਂ ਮੈਸੇਜ ਕਰ ਦੇ। ਥੈਂਕਸ।